हाँ जी बेटा, अज आपां प्रीतम सिंह सफीर बारे पढ़ांगे चैप्टर 12। ठीक है, 1916 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 1999 ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਸੀਗੇ। ਠੀਕ ਹੈ, ਇਹਨਾਂ ਦੇ ਦੋ ਕਵਿਤਾਵਾਂ ਨੇ, ਦੋ ਪਿੱਪਲ ਦੇ ਪੱਤੇ ਅਤੇ ਇੱਕ ਮੁੱਠੀ, ਜਿਹੜੀ ਆਪਾਂ ਨੂੰ ਇਸ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਨੇ। ਠੀਕ ਹੈ, ਹੁਣ ਪਹਿਲਾਂ ਆਪਾਂ ਉਹਨਾਂ ਦੇ ਜਨਮ ਬਾਰੇ ਪੜ੍ਹ ਲੈਂਦੇ ਹਾਂ, ਉਹਨਾਂ ਦੀਆਂ ਕਾਵਿ ਰਚਨਾਵਾਂ ਬਾਰੇ ਪੜ੍ਹ ਲੈਂਦੇ ਹਾਂ। ਇਸ ਨੂੰ ਬੇਟਾ ਤੁਸੀਂ ਨੇ ਜ਼ਰੂਰ ਯਾਦ ਕਰਨਾ, ਉਹਨਾਂ ਦੇ ਕਾਵਿ ਰਚਨਾਵਾਂ, ਉਹਨਾਂ ਦੇ ਜਨਮ ਬਾਰੇ, ਕਿੱਥੇ ਉਹਨਾਂ ਨੇ ਪੜ੍ਹਾਈ ਕੀਤੀ, ਕਿਉਂਕਿ ਇਸ ਦੇ ਵਿੱਚੋਂ ਇੱਕ ਨੰਬਰ ਦੇ ਪ੍ਰਸ਼ਨ ਉੱਤਰ ਆ ਜਾਂਦੇ ਨੇ, ਵਸਤੂਨਿਸ਼ਟ ਪ੍ਰਸ਼ਨ ਹੁੰਦੇ ਨੇ ਜਿਹੜੇ ਪੇਪਰ ਦੇ ਸਟਾਰਟਿੰਗ ਦੇ ਵਿੱਚ ਆਉਂਦੇ ਨੇ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਜਨਮ ਬਾਰੇ ਪੜ੍ਹ ਲੈਂਦੇ ਹਾਂ। ਪ੍ਰੀਤਮ ਸਿੰਘ ਸਫੀਰ ਦਾ ਜਨਮ 10 ਅਪ੍ਰੈਲ 1916 ਈਸਵੀ ਨੂੰ ਪਿਤਾ ਸਰਦਾਰ ਮਹਿਤਾਬ ਸਿੰਘ ਤੇ ਮਾਤਾ ਤੇਜਵੰਤ ਕੌਰ ਦੇ ਘਰ ਪਿੰਡ ਮੁੱਲਪੁਰ, ਜ਼ਿਲ੍ਹਾ ਰਾਵਲਪਿੰਡੀ ਵਿੱਚ ਹੋਇਆ। ਆਪ ਨੇ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਆਪ ਦੀ ਕਵਿਤਾ ਦਾ ਇੱਕ ਵਿਲੱਖਣ ਕੀ ਹੁੰਦਾ ਹੈ? ਅਲੱਗ, ਨਿਆਰਾ, ਵੱਖਰਾ ਰੰਗ ਹੈ, ਜਿਸ ਵਿੱਚ ਅਧਿਆਤਮਕ, ਪਰਮਾਤਮਾ ਨਾਲ, ਵਿਅਕਤੀਵਾਦੀ ਤੇ ਸਮਾਜਵਾਦੀ ਝੁਕਾਅ ਪ੍ਰਤੀਤ ਹੁੰਦੇ ਹਨ, ਇਨਸਾਨੀਅਤ ਤੌਰ ਤੇ ਸਮਾਜ ਦੇ ਤੌਰ ਤੇ। ਠੀਕ ਹੈ, ਇਹ ਸਾਰੇ ਝੁਕਾਅ ਉਹਨਾਂ ਦੇ ਕਵਿਤਾਵਾਂ ਦੇ ਵਿੱਚ ਪ੍ਰਤੀਤ ਹੁੰਦੇ ਨੇ। ਰੂਪ ਦੇ ਪੱਖ ਤੋਂ ਆਪ ਦੀ ਕਵਿਤਾ ਕਿਤੇ ਪੂਰਨ ਸਿੰਘ ਦੀ ਕਵਿਤਾ ਵਾਂਗ, ਜਦੋਂ ਜਿਹੜੀ ਕਵਿਤਾ ਲਿਖ ਰਹੇ ਨੇ, ਜਦੋਂ ਆਪਾਂ ਉਸ ਕਵਿਤਾ ਨੂੰ ਰੂਪ ਦੇ ਪੱਖ ਤੋਂ, ਢੰਗ ਦੇ ਪੱਖ ਤੋਂ ਦੇਖਦੇ ਹਾਂ, ਤਾਂ ਉਹ ਜਿਹੜੀ ਕਵਿਤਾ ਉਹਦੇ ਵਿੱਚ ਛੰਦਾਬੰਦੀ ਤੋਂ ਖੁੱਲ੍ਹ ਲੈਂਦੀ ਪ੍ਰਤੀਤ ਹੁੰਦੀ ਹੈ। ਠੀਕ ਹੈ, ਜਿਵੇਂ ਛੰਦ ਹੁੰਦੇ ਨੇ, ਅਲੰਕਾਰ, ਰਸ। ਠੀਕ ਹੈ, ਤਾਂ ਉਸੇ ਤਰ੍ਹਾਂ ਜਿਹੜੀ ਉਹਨਾਂ ਦੀ ਕਵਿਤਾਵਾਂ ਨੇ ਉਹਦੇ ਵਿੱਚ ਛੰਦਾਬੰਦੀ ਤੋਂ ਖੁੱਲ੍ਹ ਲੈਂਦੀ ਹੈ। ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੂੰ ਖੁੱਲੀਆਂ ਕਵਿਤਾਵਾਂ ਦਾ ਕਵੀ ਕਿਹਾ ਗਿਆ। ਇਸੇ ਤਰ੍ਹਾਂ ਹੀ ਕੱਤਕ ਕੁੰਜਾਂ, ਪਾਪ ਦੇ ਸੋਹਲੇ, ਰਕਤ ਬੂੰਦਾਂ, ਰਾਗ ਰਿਸ਼ਮਾ, ਗੁਰੂ ਗੋਬਿੰਦ, ਅਨੇਕ ਵਿਸਥਾਰ, ਆਪੇ ਬਹੁਰੰਗੀ, ਆਦ ਜੁਗਾਦ, ਸਰਬ ਕਲਾ ਆਦ ਉਹਨਾਂ ਦੇ ਕਾਵ ਸੰਗ੍ਰਹਿ ਹਨ। ਠੀਕ ਹੈ, ਇਸ ਦੇ ਵਿੱਚੋਂ ਤੁਸੀਂ ਕੋਈ 3-4 ਯਾਦ ਕਰ, ਇਹ ਉਹਨਾਂ ਦੇ ਕਾਵ ਸੰਗ੍ਰਹਿ ਨੇ, ਇਸ ਦੇ ਵਿੱਚੋਂ ਤੁਸੀਂ ਕੋਈ 2-3 ਯਾਦ ਕਰ ਸਕਦੇ ਹੋ। ਠੀਕ ਹੈ, ਕਵਿਤਾ ਤੋਂ ਬਿਨਾਂ ਵਾਰਤਕ ਦੀਆਂ ਪੁਸਤਕਾਂ ਮੇਰੀ ਸਾਹਿਤਕ ਸਵੈ ਜੀਵਨੀ, ਰਚਨਾ ਪ੍ਰਕਿਰਿਆ, ਅਗਨੀ ਅਗੋਚਰ, ਸੰਯੋਗ ਵਿਜੋਗ, ਸਰਬ ਨਿਰੰਤਰ, ਤੁਰਕੀ ਬਾਣੀ, ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਇਹ ਸਾਰੀਆਂ ਉਹਨਾਂ ਦੀਆਂ ਕਵਿਤਾਵਾਂ ਨੇ। ਠੀਕ ਹੈ, ਇਹ ਤੁਸੀਂ ਨੇ ਬੇਟਾ ਇਹਦੇ ਵਿੱਚੋਂ ਵੀ 2-3 ਯਾਦ ਕਰ ਲੈਣੇ ਨੇ। ਇਹਨਾਂ ਦੇ ਪੁਸਤਕਾਂ ਦੇ ਨਾਮ ਨੇ ਮੇਰੀ ਸਾਹਿਤਕ ਸਵੈ ਜੀਵਨੀ, ਰਚਨਾ ਪ੍ਰਕਿਰਿਆ ਤੇ ਅਗਨੀਹੋਤਰੀ। ਇਹ ਤੁਸੀਂ 2-3 ਯਾਦ ਕਰ ਲਿਓ। ਤੁਰਕੀ ਬਾਣੀ। ਸਾਹਿਤ ਅਕਾਦਮੀ ਦਿੱਲੀ ਵੱਲੋਂ ਆਪ ਦੀ ਕਾਵਿ ਪੁਸਤਕ ਅਨੇਕ ਵਿਸਥਾਰ ਨੂੰ ਪੁਰਸਕਾਰਿਤ ਕੀਤਾ ਗਿਆ। ਕਿਹੜੀ ਕਵਿਤਾ ਨੂੰ ਪੁਰਸਕਾਰਿਤ ਕੀਤਾ ਗਿਆ? ਅਨੇਕ ਵਿਸਥਾਰ। ਇਸ ਕਵਿਤਾ ਨੂੰ ਪੁਰਸਕਾਰ ਕੀਤਾ ਗਿਆ ਕਿਹਦੇ ਵੱਲੋਂ? ਦਿੱਲੀ ਅਕਾਦਮੀ ਦੇ ਵੱਲੋਂ। ਆਪ ਦਾ ਦੇਹਾਂਤ 31 ਮਾਰਚ 1999 ਨੂੰ ਹੋ ਗਿਆ ਸੀ। ਇਹ ਆਪਾਂ ਨੇ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਕਵਿਤਾਵਾਂ ਬਾਰੇ ਪੜ੍ਹ ਲਿਆ। ਹੁਣ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਕਵਿਤਾਵਾਂ ਬਾਰੇ ਪੜਾਂਗੇ। ਕਵਿਤਾ ਹੈਗੀ ਉਹਨਾਂ ਦੀ ਦੋ ਪਿੱਪਲ ਦੇ ਪੱਤੇ। ਦੋ ਪਿੱਪਲ ਦੇ ਪੱਤੇ ਤੋੜੇ, ਹੋਰ ਤੋੜ ਕੇ ਪਰੋਤੇ ਮਤਲਬ ਪਰੋਏ, ਸਿਰ ਤੇ ਬੱਧੇ ਰਿਸ਼ੀ ਵਿਆਸ, ਸੁਰਤੀ ਖਾਏ ਸਵਰਗਾਂ ਵਿੱਚ ਗੋਤੇ, ਦਿਲ ਵਿੱਚ ਪੀਆ ਮਿਲਣ ਦੀ ਆਸ। ਪੀਆ ਮਤਲਬ ਪਰਮਾਤਮਾ ਨੂੰ, ਪ੍ਰਭੂ ਪ੍ਰੀਤਮ ਨੂੰ ਮਿਲਣ ਦੀ ਆਸ ਹੈ। ਤੁਰ ਪਏ ਨਾਲ ਉਹ ਵੀ, ਤੁਰ ਗਏ ਗਿਆਨ ਸਮੁੰਦਰ ਸੱਤੇ, ਜੁਗ ਜੁਗ ਜਿਉਣ ਪਿੱਪਲ ਦੇ ਪੱਤੇ। ਇਸ ਦੇ ਵਿੱਚ ਕਵੀ ਫਰਮਾਉਂਦੇ ਨੇ, ਕਹਿੰਦੇ ਨੇ ਵੀ ਹਿੰਦੁਸਤਾਨ ਇੱਕ ਦਰਖਤ ਦੀ ਤਰ੍ਹਾਂ ਹੈ। ਠੀਕ ਹੈ, ਤਾਂ ਉਸਦੇ ਜਿਹੜੇ ਪਿੱਪਲ ਦੇ ਦੋ ਪੱਤੇ ਨੇ, ਉਹ ਕਿਹਨਾਂ ਨੇ? ਰਿਸ਼ੀ ਵਿਆਸ ਜੀ ਨੇ ਆਪਣੇ ਸਿਰ ਦੇ ਉੱਪਰ ਬੰਨ ਲਏ, ਪਰੋ ਲਏ। ਜਦੋਂ ਰਿਸ਼ੀ ਵਿਆਸ ਜੀ ਨੇ ਆਪਣੇ ਸਿਰ ਦੇ ਉੱਤੇ ਇਹ ਦੋਨੇ ਪੱਤੇ ਨੇ ਜਿਹੜੇ ਇਹ ਬੰਨ ਲਏ, ਠੀਕ ਹੈ, ਤਾਂ ਉਸ ਤੋਂ ਬਾਅਦ ਫਿਰ ਕੀ ਆ, ਉਹਨਾਂ ਦੀ ਜਿਹੜੀ ਸੁਰਤੀ ਹੈ ਸਵਰਗਾਂ ਦੇ ਵਿੱਚ ਗੋਤੇ ਖਾਣ ਲੱਗ ਪਈ। ਕਿਉਂ ਖਾਣ ਲੱਗ ਪਈ? ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਪ੍ਰਮਾਤਮਾ ਨੂੰ, ਪ੍ਰਭੂ ਨੂੰ ਮਿਲਣ ਦੀ ਆਸ ਸੀਗੀ। ਤੁਰ ਪਏ ਨਾਲ ਉਹ ਵੀ ਨਾਲ ਜਿਹੜੇ ਦੋ ਪੱਤੇ ਉਹਨਾਂ ਨੇ ਸਿਰ ਤੇ ਬੰਨੇ ਹੋਏ ਸੀ, ਹਿੰਦੂ ਤੇ ਮੁਸਲਮਾਨ ਸੀਗੇ ਜਿਹੜੇ, ਉਹ ਤੁਰ ਪਏ। ਜਿਹੜੇ ਦੋ ਪੱਤੇ ਸਿਰ ਤੇ ਬੰਨੇ ਹੋਏ ਸੀਗੇ ਉਹਨਾਂ ਨੇ, ਹਿੰਦੂ ਤੇ ਮੁਸਲਮਾਨ। ਠੀਕ ਹੈ, ਤਾਂ ਤੁਰ ਗਏ ਗਿਆਨ ਸਮੁੰਦਰ ਸੱਤੇ, ਤਾਂ ਉਹ ਵੀ ਸਮੁੰਦਰ ਦੇ ਜਿਹੜੇ 7 ਸਮੁੰਦਰਾਂ ਤੋਂ ਕੀ ਹੈ, ਉਹਨਾਂ ਦੀ ਸੁਰਤੀ ਦੇ ਨਾਲ ਹੀ ਸਵਰਗ ਦੇ ਵਿੱਚ ਉਹ ਚਲੇ ਗਏ। ਪਿੱਪਲ ਦੇ ਪੱਤਿਆਂ ਨੂੰ ਅਸੀਸ ਦਿੱਤੀ ਗਈ ਕਿ ਉਹ ਜੁਗਾਂ ਤੱਕ ਜਿਉਂਦੇ ਰਹਿਣ। ਇਸ ਕਵਿਤਾ ਦੇ ਵਿੱਚ ਬੇਟਾ ਕੀ ਹੈ, ਦੋ ਪਿੱਪਲ ਦੇ ਪੱਤੇ ਕਿਹਨੂੰ ਮੰਨਿਆ ਗਿਆ? ਜਿਹੜਾ ਪਿੱਪਲ ਹੈ ਉਹ ਹਿੰਦੁਸਤਾਨ ਨੂੰ ਮੰਨਿਆ ਗਿਆ, ਤੇ ਜਿਹੜੇ ਪਿੱਪਲ ਦੇ ਦੋ ਪੱਤੇ ਨੇ ਉਹ ਹਿੰਦੂ ਤੇ ਮੁਸਲਮਾਨ ਨੂੰ ਮੰਨਿਆ ਗਿਆ। ਕਿਉਂਕਿ ਇਸ ਦੇ ਵਿੱਚ 1947 ਤੋਂ ਪਹਿਲਾਂ ਦਾ ਜਿਹੜਾ ਪੰਜਾਬ ਸੀਗਾ, ਉਸ ਪੰਜਾਬ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਵੰਡ ਤੋਂ ਬਾਅਦ ਫਿਰ ਜਿਹੜਾ ਹਿੰਦੂ ਸੀਗੇ ਉਹ ਆਪਣੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਰਹਿ ਗਏ, ਤੇ ਜਿਹੜੇ ਮੁਸਲਿਮ ਸੀ ਉਹ ਪਾਕਿਸਤਾਨ ਦੇ ਵਿੱਚ ਚਲੇ ਗਏ। ਠੀਕ ਹੈ, ਉਹ ਗੱਲ ਕੀਤੀ ਗਈ ਹੈ ਇਸ ਦੇ ਵਿੱਚ। ਪੁੰਗਰੇ ਹੋਏ ਹਿੰਦੁਸਤਾਨ, ਤੋੜੇ ਆਣ ਕਿਸੇ ਅਣਭੋਲ, ਉਂਝ ਤਾਂ ਇੱਕੋ ਜਿਹੇ ਇਨਸਾਨ, ਉਂਝ ਦੇ ਹਿੰਦੂ ਤੇ ਮੁਸਲਮਾਨ ਜਿਹੜੇ ਇੱਕੋ ਜਿਹੇ ਇਨਸਾਨ ਸੀਗੇ। ਠੀਕ ਹੈ, ਪੁੰਗਰੇ ਹੋਏ, ਸਾਰੇ ਹੀ ਹਿੰਦੁਸਤਾਨ ਦੇ ਵਿੱਚ ਹੀ ਪੈਦਾ ਹੋਏ ਸੀ, ਹਿੰਦੂ ਤੇ ਮੁਸਲਮਾਨ, ਪਰ ਕਿਸੇ ਨੇ ਅਣਜਾਣੇ ਦੇ ਵਿੱਚ ਇਸ ਦੇ ਦੋ ਪੱਤੇ ਤੋੜ ਲਏ, ਭਾਵ ਕਿ ਹਿੰਦੂ ਤੇ ਮੁਸਲਮਾਨਾਂ ਨੂੰ ਅਲੱਗ ਕਰ ਦਿੱਤਾ, ਉਹਨਾਂ ਦੇ ਵਿੱਚ ਵੰਡ ਪਾ ਦਿੱਤੀ। ਹੋ ਪਿਆ ਦੋ ਮਜ਼ਹਬਾਂ ਦਾ ਘੋਲ, ਮਜ਼ਹਬ ਕਿਹਨੂੰ ਕਿਹਾ ਜਾਂਦਾ? ਧਰਮ ਨੂੰ ਕਿਹਾ ਜਾਂਦਾ ਹੈ। ਹੋ ਪਿਆ ਦੋ ਮਜ਼ਹਬਾਂ ਦਾ ਘੋਲ, ਭਾਵ ਕਿ ਹਿੰਦੂ ਤੇ ਮੁਸਲਮਾਨ ਦੋ ਧਰਮਾਂ ਦਾ
ਘੋਲ ਹੋਣਾ, ਸੰਘਰਸ਼ ਹੋਣਾ, ਉਹਨਾਂ ਦੇ ਵਿੱਚ ਆਪਸੀ ਲੜਾਈ ਹੋਣੀ ਸ਼ੁਰੂ ਹੋ ਗਈ। ਡੁੱਲਾ ਖੂਨ ਇੱਕ ਥਾਂ ਤੇ, ਇੱਕੋ ਹੀ ਥਾਂ ਤੇ ਦੋਨੇ ਧਰਮਾਂ ਦਾ ਖੂਨ ਡੁੱਲਿਆ। ਲੂ ਲੂ ਹੋ ਗਏ ਜ਼ਮੀਨ ਦੇ ਰੱਤੇ, ਉਹਨਾਂ ਦਾ ਜਿਹੜਾ ਲੂ ਨੂੰ ਆ, ਉਹਨਾਂ ਦਾ ਕਣ ਕਣ ਹੈ ਜਿਹੜੇ ਜ਼ਮੀਨ ਦੇ ਰੱਤੇ ਹੋ ਗਏ। ਇੱਕ ਥਾਂ ਤੋਂ ਹੀ ਜ਼ਮੀਨ ਹੈ ਜਿਹੜੀ ਧਰਤੀ ਆ ਉਹ ਲਾਲ ਹੋ ਗਈ। ਕੀ ਟੁੱਟੇ ਦੋ ਆਫਤ ਦੇ ਪੱਤੇ, ਜਦੋਂ ਦੋਨੋਂ ਇਹ ਆਫਤ ਦੇ ਪੱਤੇ ਟੁੱਟੇ, ਭਾਵ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਆਪਸੀ ਵੰਡ ਹੋਈ ਧਰਮ ਨੂੰ ਲੈ ਕੇ, ਤਾਂ ਜਿਹੜਾ ਇਹਨਾਂ ਦਾ ਜਿਹੜਾ ਖੂਨ ਸੀ ਉਹ ਇੱਕੋ ਜਗ੍ਹਾ ਤੇ ਹੀ ਡੁੱਲਿਆ ਸੀ। ਦੋ ਪਿੱਪਲ ਦੇ ਪੱਤੇ, ਭਾਵ ਕਿ 1947 ਦੀ ਵੰਡ ਸਮੇਂ ਜਦੋਂ ਦੋਨੇ ਧਰਮਾਂ, ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਸੀ, ਤਾਂ ਉਹਨਾਂ ਦਾ ਜਿਹੜਾ ਖੂਨ ਆ ਉਹ ਇੱਕ ਜਗ੍ਹਾ ਤੇ ਹੀ ਡੁੱਲਾ ਸੀਗਾ, ਜਦ ਕਿ ਹੈ ਉਹ ਇੱਕੋ ਹੀ ਸੀਗੇ। ਉਹਨਾਂ ਦੇ ਵਿੱਚ ਆਪਸੀ ਪਿਆਰ ਸਾਂਝੀਵਾਲਤਾ 1947 ਤੋਂ ਵੰਡ ਤੋਂ ਪਹਿਲਾਂ ਉਨੀਓ ਸੀਗੀ। ਦੋ ਪਿੱਪਲ ਦੇ ਪੱਤੇ ਜੁੜਦੇ ਕੰਬਲ ਪ੍ਰੀਤ ਦੇ ਨਾਲ, ਰਲ ਮਿਲ ਝੂਮ ਝੂਮ ਹੋ ਚੱਲੇ, ਦੋ ਦਿਲ ਚੱਲਦੇ ਇੱਕੋ ਚਾਲ। ਜਿਹੜੇ ਦੋ ਪਿੱਪਲ ਦੇ ਪੱਤੇ ਸੀਗੇ ਜੁੜਦੇ ਕੰਵਲ ਪ੍ਰੀਤ ਦੇ ਨਾਲ, ਮਤਲਬ ਕੰਵਲ ਦੇ ਫੁੱਲ ਦੀ ਜਿਵੇਂ ਪ੍ਰੀਤ ਹੁੰਦੀ ਆ ਪਾਣੀ ਦੇ ਨਾਲ, ਉਸੇ ਤਰ੍ਹਾਂ ਹੀ ਇੱਕ ਦੂਜੇ ਦੇ ਨਾਲ ਜੁੜੇ ਹੋਏ ਸੀ। ਜਦੋਂ ਵੀ ਇਹਨਾਂ ਨੇ ਕੋਈ ਕੰਮਕਾਰ ਕਰਨਾ, ਕਿਤੇ ਜਾਣਾ ਆਉਣਾ, ਤਾਂ ਇਹ ਕੀ ਹੈ, ਰਲ ਮਿਲ ਝੂਮ ਝੂਮ ਕੇ ਹੋ ਚੱਲੇ, ਤਾਂ ਇਹ ਖੁਸ਼ੀ ਦੇ ਨਾਲ ਰਲ ਮਿਲ ਕੇ ਆਨੰਦ ਮਾਣਦੇ ਸੀ, ਇੱਕ ਦੂਜੇ ਦੇ ਨਾਲ ਇਕੱਠੇ ਰਹਿੰਦੇ ਸੀ। 1947 ਦੀ ਵੰਡ ਤੋਂ ਪਹਿਲਾਂ, ਭਾਵ ਹਿੰਦੂ ਤੇ ਮੁਸਲਮਾਨ ਹੈ ਤਾਂ ਇੱਕੋ ਇਨਸਾਨ ਸੀਗੇ, ਪਰ ਧਰਮ ਕਰਕੇ ਇਹਨਾਂ ਦੋਨਾਂ ਦੇ ਵਿੱਚ ਆਪਸੀ ਵੰਡ ਕਰ ਦਿੱਤੀ ਗਈ। ਦੋ ਦਿਲ ਚੱਲਦੇ ਇੱਕੋ ਚਾਲ, ਪਰ ਇਹ ਦੋਨੇ ਜਿਹੜੇ ਇੱਕੋ ਹੀ ਚਾਲ ਚੱਲਦੇ ਸੀ, ਹਿੰਦੂ ਤੇ ਮੁਸਲਿਮ। ਡਿੱਗ ਪਏ ਸਾਂ ਟਾਹਣੀ ਤੋਂ ਥੱਲੇ, ਨਾ ਕੋਈ ਹੂਰ ਚੁਗੇ, ਜਦੋਂ ਪਿੱਪਲ ਦੇ ਪੱਤੇ ਟਾਹਣੀ ਨਾਲੋਂ ਡਿੱਗ ਕੇ ਨੀਚੇ ਡਿੱਗ ਪਏ, ਨਾ ਕੋਈ ਹੂਰ ਚੁਗੇ। ਹੂਰ ਮਤਲਬ ਕੀ ਹੈ, ਸੁੰਦਰ ਇਸਤਰੀ ਜਾਂ ਸੋਹਣੀ, ਕੋਈ ਵੀ ਉਹਨਾਂ ਨੂੰ ਚੁੱਕਣ ਨੂੰ ਤਿਆਰ ਨਹੀਂ ਸੀਗੀ। ਨਾ ਕੋਈ ਤੁੰਬੇ ਤੇ ਨਾ ਕੋਈ ਕੱਤੇ, ਰੁਲਦੇ ਦੋ ਪਿੱਪਲ ਦੇ ਪੱਤੇ, ਭਾਵ ਕਿ ਇਹਨਾਂ ਦੋਨਾਂ ਨੂੰ ਜੋੜਨ ਦੀ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਹੈਗੀ। ਇਸ ਤਰ੍ਹਾਂ ਪਿੱਪਲ ਦੇ ਪੱਤੇ ਜਿਹੜੇ ਇਹ ਰੁਲਦੇ ਗਏ ਤੇ ਇਹ ਇਹਨਾਂ ਦਾ ਹਾਲ ਹੈ ਜਿਹੜਾ ਅਲੱਗ ਹੋ ਕੇ ਹਿੰਦੂ ਤੇ ਮੁਸਲਮਾਨਾਂ ਵਾਲਾ ਹੋ ਗਿਆ ਸੀਗਾ। ਇੱਕ ਮਿੱਟੀ ਦੀ ਮੁੱਠੀ, ਭਾਵ ਕਿ ਜਿਹੜਾ ਇਨਸਾਨ ਹੈ ਉਹ ਇੱਕ ਮਿੱਟੀ ਦੀ ਮੁੱਠੀ ਹੈ। ਇੱਕ ਮਿੱਟੀ ਦੀ ਮੁੱਠੀ ਭਰ ਕੇ ਨੈਣਾ ਨਾਲ ਨੀਝ ਲਾ ਕੇ, ਨੀਝ ਮਤਲਬ ਧਿਆਨ ਲਾ ਕੇ, ਨਕਸ਼ ਗਵਾਚੇ ਹੋਏ ਨਾ ਦਿਸੇ, ਹੋਠ ਹਸਾ ਨਾ ਸਕੀ। ਹੋਠ ਮਤਲਬ ਬੁੱਲ, ਇਹਨਾਂ ਤੋਂ ਮੈਂ ਹਸਾ ਨਾ ਸਕੀ। ਕਵੀ ਕਹਿੰਦਾ ਹੈ ਕਿ ਪ੍ਰੀਤਮ ਸਿੰਘ ਸਫੀਰ ਕਹਿ ਰਹੇ ਨੇ ਵੀ ਇਨਸਾਨ ਹੈ ਜਿਹੜਾ ਇੱਕ ਮਿੱਟੀ ਦੀ ਮੁੱਠੀ ਹੈ। ਜਦੋਂ ਸਰੀਰ ਹੈ ਜਿਹੜਾ ਇਹ ਨਾਸ਼ਵਾਨ ਹੈ, ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ, ਤਾਂ ਜਿਹੜੀ ਉਹਦੀ ਸਰੀਰ ਦੀ ਸਵਾਹ ਹੈ ਉਹ ਇੱਕ ਮਿੱਟੀ ਦੀ ਜਿਹੜੀ ਮੁੱਠੀ ਉਹ ਬਣ ਕੇ ਰਹਿ ਜਾਂਦੀ ਹੈ। ਨੈਣਾ ਨਾਲ ਨੀਝ ਲਾ ਕੇ ਤੱਕੀ, ਨਕਸ਼ ਗਵਾਚੇ ਹੋਏ ਨਾ ਦਿਸੇ, ਤਾਂ ਉਸ ਮਿੱਟੀ ਦੀ ਮੁੱਠੀ ਦੇ ਵਿੱਚੋਂ ਉਸਦੇ ਨੈਣ ਨਕਸ਼ ਸਭ ਕੁਝ ਗਵਾਚ ਜਾਂਦਾ ਹੈ, ਕੁਝ ਵੀ ਨਹੀਂ ਦਿਸਦਾ ਹੈਗਾ, ਸਭ ਕੁਝ ਮਿੱਟੀ ਹੋ ਜਾਂਦਾ ਹੈ। ਹੋਠ ਹਸਾ ਨਾ ਸਕੀ, ਤੇ ਨਾ ਮੈਂ ਉਸ ਨੂੰ ਹਸਾ ਸਕੀ। ਲੱਭ ਲੱਭ ਚਮਕੀਲੀਆਂ ਘੁੰਗਰਾਲੀਆਂ, ਨਜ਼ਰ ਸਹਿ ਕੇ ਥੱਕੀ, ਕੇਰ ਕੇਰ ਉਂਗਲਾਂ ਚੋਂ ਭੌ ਤੇ ਭੌ ਹੁੰਦੀ ਹੈ ਜ਼ਮੀਨ, ਤੇ ਕੂਕ ਅੰਤ ਮੈਂ ਉੱਠੀ, ਹਾਏ ਨੀ ਇੱਕ ਮਿੱਟੀ ਦੀ ਮੁੱਠੀ। ਇਸ ਦੇ ਵਿੱਚ ਕਵੀ ਕਹਿ ਰਹੀ ਹੈ ਕਿ ਅੱਖੀਆਂ ਚਮਕੀਲੀਆਂ ਤੇ ਵਾਲਦਾਰ, ਲੱਛੇਦਾਰ, ਮਤਲਬ ਲੱਛੇ ਵਾਲੀਆਂ ਕਿਹਾ ਜਾਂਦਾ ਇਹਨਾਂ ਨੂੰ, ਘੁੰਗਰਾਲੀਆਂ ਨੂੰ, ਠੀਕ ਹੈ। ਲੱਛੇ ਵਾਲੀਆਂ ਨੂੰ ਤੱਕ ਕੇ ਲਾਲਸਾ ਨਾਲ ਮੈਂ ਥੱਕ ਗਈਆਂ ਨੇ ਮੇਰੀਆਂ ਜਿਹੜੀਆਂ ਅੱਖਾਂ ਨੇ, ਉਹ ਇੱਕ ਮਿੱਟੀ ਦੀ ਮੁੱਠੀ ਨੇ ਜਿਹੜੀਆਂ ਕੀ ਹੈ ਹੌਲੀ ਹੌਲੀ ਉਂਗਲਾਂ ਵਿੱਚ ਘੇਰ ਕੇ ਜਦੋਂ ਜ਼ਮੀਨ ਦੇ ਉੱਪਰ ਸੁੱਟੀਆਂ, ਤਾਂ ਅੰਤ ਦੇ ਵਿੱਚ ਮੈਂ ਕੂਕ ਉੱਠੀ। ਤੇ ਉਹਨੇ ਕਿਹਾ ਹਾਏ ਨੀ ਸਰੀਰ ਹੈ ਜਿਹੜਾ ਉਹ ਇੱਕ ਮਿੱਟੀ ਦੀ ਮੁੱਠੀ ਹੀ ਬਣ ਕੇ ਰਹਿ ਜਾਂਦਾ ਹੈ ਅੰਤ ਦੇ ਵਿੱਚ। ਇੱਕ ਮਿੱਟੀ ਦੀ ਮੁੱਠੀ, ਸੁਪਨੇ ਸਹਿ ਬ੍ਰਹਮੰਡਾਂ ਕੁੱਲ ਹੁਸਨਾਂ ਦੇ, ਸਹਿ ਹੁੰਦੇ ਨੇ 100। ਇੱਕ ਮਿੱਟੀ ਦੀ ਮੁੱਠੀ ਹੈ ਜਿਹੜੀ, ਇੱਕ ਸਾਡਾ ਸਰੀਰ ਹੈ, ਉਹ ਸਰੀਰ ਦੇ ਵਿੱਚ ਕੀ ਹੈ, ਅਨੇਕਾਂ ਹੀ ਅਸੀਂ ਸੁਪਨੇ ਸਜਾਉਂਦੇ ਹਾਂ, 100 ਬ੍ਰਹਮੰਡਾਂ ਤੇ ਕੁੱਲ ਹੁਸਨਾਂ ਦੇ। ਇੱਕ ਇੱਕ ਕਿਣਕੇ ਵਿੱਚ ਸਾਂਭੇ ਹੋਏ, ਵਲਾਂ ਫੁੱਲਾਂ ਦੇ ਦਰਿਆ ਦੇ, ਹੁਸ਼ਨਾਕਾਂ ਦੇ ਦਿਲ ਪਰੋਏ। ਕਹਿੰਦੇ ਅਸੀਂ ਆਪਣੇ ਸਰੀਰ ਦੇ ਵਿੱਚ ਇੱਕ ਇੱਕ ਕਣ ਦੇ ਵਿੱਚ ਲੱਖਾਂ ਹੀ ਸੁਪਨੇ ਸਜੋਏ ਹੋਏ ਨੇ, ਸੰਭਾਲੇ ਹੋਏ ਨੇ। ਫੁੱਲਾਂ ਦਰਿਆ ਤੇ ਹੁਸ਼ਨਾਕਾਂ ਦੇ ਦਿਲ ਪਰੋਏ, ਝੁੱਲ ਪੈਂਦੇ ਵਿੱਚ ਸਖਤ ਹਵਾ ਦੇ, ਕਦੇ ਜਿੰਮੀ ਤੇ ਫਿਰ ਸਿਸਕਦੀ। ਤੇ ਜਦੋਂ ਬਹੁਤ ਜ਼ਿਆਦਾ ਸਖਤ ਤੇ ਤੇਜ਼ ਹਵਾ ਆਉਂਦੀ ਹੈ ਤੇ ਉਹ ਸਿਸਕਦੇ ਹੋਏ ਹਟਕੋਰੇ ਖਾਂਦੇ ਹੋ ਧਰਤੀ ਤੇ ਡਿੱਗ ਪੈਂਦੇ ਨੇ। ਆ ਪੈਂਦੀ ਹੈ ਪੁੱਠੀ, ਕੀ ਬੋਲੇ ਇੱਕ ਮਿੱਟੀ ਦੀ ਮੁੱਠੀ। ਤਾਂ ਵਿਚਾਰੀ ਜਿਹੜੀ, ਜਦੋਂ ਇਨਸਾਨ ਮਰ ਜਾਂਦਾ ਤਾਂ ਉਸਦੇ ਸਾਰੇ ਲੱਖਾਂ ਹੀ ਆਪਣੇ ਦਿਲ ਦੇ ਵਿੱਚ ਸੁਪਨੇ ਸਜਾਏ ਹੋਏ ਸਾਰੇ ਚਕਨਾਚੂਰ ਹੋ ਕੇ, ਸੁਪਨੇ ਟੁੱਟ ਕੇ ਡਿੱਗ ਪੈਂਦੇ ਨੇ, ਅਰਸ਼ਾਂ ਤੇ ਡਿੱਗ ਪੈਂਦੇ ਨੇ, ਫਰਸ਼ ਤੇ ਡਿੱਗ ਪੈਂਦੇ ਨੇ। ਤੇ ਸੁਪਨਿਆਂ ਨੂੰ ਚਕਨਾਚੂਰ ਹੁੰਦੇ ਦੇਖ ਕੇ ਮਿੱਟੀ ਦੀ ਮੁੱਠੀ ਵਿਚਾਰੀ ਕੁਝ ਵੀ ਨਹੀਂ ਬੋਲ ਸਕਦੀ। ਇੱਕ ਮਿੱਟੀ ਦੀ ਮੁੱਠੀ ਆਵੇ ਨੀ ਕੋਈ ਜਿੰਦ ਤੈਨੂੰ ਜੋੜੇ, ਵਸੇ ਕਿਸੇ ਸਿਤਾਰੇ ਅੰਦਰ। ਫਿਰ ਕਵੀ ਕਹਿ ਰਿਹਾ ਇਹਦੇ ਵਿੱਚ ਇੱਕ ਮਿੱਟੀ ਦੀ ਮੁੱਠੀ ਹੈ ਜਿਹੜੀ, ਉਹ ਕੀ ਹੈ, ਇੱਕ ਵੱਡੇ ਤਾਰੇ ਦੇ ਵਿੱਚ ਸਮੋਈ ਹੋਈ ਹੀ ਹੈ। ਕੋਈ ਜਿੰਦ ਆਵੇ ਤੇ ਉਸਨੂੰ ਦੁਬਾਰਾ ਜੋੜ ਦੇਵੇ, ਭਾਵ ਕੀ ਹੈ, ਮਰੇ ਹੋਏ ਜਾਂ ਮੋਹੇ ਇਨਸਾਨ ਨੂੰ ਦੁਬਾਰਾ ਮਿਲਾ ਦੇਵੇ, ਪਰ ਅਜਿਹਾ ਨਹੀਂ ਹੁੰਦਾ ਹੈਗਾ। ਉੱਡ ਉੱਡ ਕੇ ਰੂਹ ਮੇਰੀ ਲੋੜੇ, ਉੱਡ ਉੱਡ ਕੇ ਮੇਰੀ ਰੂਹ, ਮੇਰੀ ਆਤਮਾ ਇਹ
ਚਾਹੁੰਦੀ ਹੈ ਵੀ ਉਹ ਜਿਹੜੀ ਮਿੱਟੀ ਦੀ ਮੁੱਠੀ ਹੈ ਉਹ ਦੁਬਾਰਾ ਮੈਨੂੰ ਮਿਲ ਜਾਵੇ। ਹੋਵੇ ਜੇ ਸੋਹਜਾਂ ਦਾ ਮੰਦਰ, ਫਿਰ ਨਾ ਉਪਾਸ਼ਕ ਥੋੜੇ, ਉਪਾਸ਼ਕ ਹੁੰਦੇ ਨੇ ਸ਼ਰਧਾਲੂ, ਨਾ ਪਰ ਹੁਸਨ ਨਾ ਇਸ਼ਕ ਨਿਆਜ਼ਾਂ, ਜਦ ਤਿੱਕਰ ਜਿੰਦ ਰੂਠੀ, ਰੁਲੇ ਪਈ ਇੱਕ ਮਿੱਟੀ ਦੀ ਮੁੱਠੀ। ਫਿਰ ਇਸ ਦੇ ਵਿੱਚ ਕਵੀ ਕਹਿ ਰਿਹਾ ਹੈ, ਕਹਿੰਦੇ ਜੇਕਰ ਖੂਬਸੂਰਤੀ ਦਾ ਮੰਦਰ ਹੋਵੇ ਤਾਂ ਉਸ ਲਈ ਜਿਹੜੇ ਸ਼ਰਧਾਲੂ ਹੁੰਦੇ ਨੇ, ਭਗਤਾਂ ਦੀ ਕੋਈ ਕਮੀ ਨਹੀਂ ਹੁੰਦੀ ਹੈਗੀ, ਤੇ ਨਾ ਹੀ ਉਸ ਖੂਬਸੂਰਤੀ ਨੂੰ ਚਾਹਣ ਵਾਲੇ ਪਰ ਬਹੁਤ ਮਿਲ ਜਾਂਦੇ ਨੇ। ਪਰ ਜਦੋਂ ਕੋਈ ਰੁੱਸੀ ਹੋਈ, ਜਦੋਂ ਕੋਈ ਜਿੰਦ ਹੈ ਜਿਹੜੀ, ਕੋਈ ਆਤਮਾ ਰੁੱਸੀ ਹੋਈ ਹੁੰਦੀ ਹੈ, ਤਾਂ ਉਸ ਨੂੰ ਮਨਾਉਣ ਦੇ ਵਿੱਚ ਕੋਈ ਵੀ ਪ੍ਰਾਰਥਨਾ ਕੰਮ ਨਹੀਂ ਆਉਂਦੀ ਹੈਗੀ, ਤੇ ਉਸ ਵਿਛੜੀ ਹੋਈ ਜਿਹੜੀ ਰੂਹ ਹੈ, ਮਿੱਟੀ ਦੀ ਮੁੱਠੀ ਹੈ, ਉਹਨੂੰ ਮੁੜ ਅਪਣਾਉਣ ਦੀ ਖਾਤਰ ਮਿੱਟੀ ਦੀ ਜਿਹੜੀ ਮੁੱਠੀ ਆ ਉਹ ਰੁਲਦੀ ਫਿਰਦੀ ਹੈ। ਜਿਹੜਾ ਇੱਕ ਇਨਸਾਨ ਰੁੱਸਿਆ ਹੋਇਆ ਤਾਂ ਦੂਜਾ ਇਨਸਾਨ ਉਹ ਵੀ ਤਾਂ ਮਿੱਟੀ ਦੀ ਮੁੱਠੀ ਹੈ, ਠੀਕ ਹੈ, ਉਹ ਵੀ ਉਹਨੂੰ ਦੂਜੇ ਨੂੰ ਮਨਾਉਣ ਦੇ ਵਿੱਚ ਲੱਗਿਆ ਹੋਇਆ ਹੈ। ਪਰ ਜਦੋਂ ਉਹ ਜਿਹੜੀ ਰੁੱਸੀ ਹੋਈ ਵਿਛੜੀ ਹੋਈ ਰੂਹ ਹੈ, ਉਹਨੂੰ ਮਨਾਉਣ ਦੇ ਵਿੱਚ ਇੱਕ ਮਿੱਟੀ ਦੀ ਮੁੱਠੀ ਹੈ ਜਿਹੜੀ, ਉਹ ਆਪ ਵੀ ਮਿੱਟੀ ਦੀ ਇੱਕ ਮੁੱਠੀ ਬਣ ਕੇ ਰਹਿ ਜਾਂਦੀ ਹੈ। ਭਾਵ ਉਹਦੇ ਵਿਛੋੜੇ ਦੇ ਵਿੱਚ ਉਹ ਵੀ ਇੱਕ, ਉਹਦਾ ਸਰੀਰ ਹੈ ਜਿਹੜਾ ਉਹ ਮਿੱਟੀ ਦੀ ਮੁੱਠੀ ਬਣ ਜਾਂਦਾ ਹੈ, ਭਾਵ ਤੜਫ ਕੇ ਉਹ ਵੀ ਮਰ ਜਾਂਦਾ ਹੈ। ਠੀਕ ਹੈ ਬੇਟਾ।